अब पतियार क्या कीजै, बचनी तोर मोर मन मानै। जन को पूर्ण दिए जय। हों बल बल जाऊं रमैया कारणे, कारण कवन अबो रहा। बहुत जन्म बिछरे थे माधो, एह जन्म तुम्हारे लिखे। कह रविदास आस लग जीवन, चिर भयो दर्शन दे के। कह रविदास आस लग जीवों, चिर भयो दर्शन देखे। जुगो जुग अटल चावर छत्र तख्त दे मालिक, हाजरा हजूर ज़ारा ज़हूर शब्द गुरु। गुरु ग्रंथ साहिब सच्चे पातशाह महाराज जी दे पावन पवित्र निगी गोद अंदर जुड़ बैठे सतसंगी जनों, वड्डियां भागां वाले हो। ਅੰਮ੍ਰਿਤ ਵੇਲੇ ਤੋਂ पावन दरबार ਦੀਆਂ ਹਾਜ਼ਰੀਆਂ ਭਰ ਕੇ ਜਨਮ ਸਫਲਾ ਕਰ ਰਹੇ ਹੋ। ਲੜੀਵਾਰ ਵਿਚਾਰ ਦੇ ਵਿੱਚੋਂ ਬਾਬਾ ਫਰੀਦ ਸਾਹਿਬ ਜੀ ਦੀ ਪਾਵਨ ਬਾਣੀ, ਜਿਨ੍ਹਾਂ ਦੇ ਸ਼ਲੋਕਾਂ ਦੀ ਵਿਚਾਰ ਆਰੰਭੀ ਹੋਈ ਹੈ। ਅੱਜ ਦੇ 30 ਨੰਬਰ ਸ਼ਲੋਕ ਅੰਦਰ ਬਾਬਾ ਫਰੀਦ ਸਾਹਿਬ ਜੀ ਜੋ ਰਹਿਮਤ ਕਰਕੇ ਸਮਝਾਉਂਦੇ ਨੇ, ਆਓ ਸਾਰੇ ਰਲ ਕੇ ਇਹਨਾਂ ਪਾਵਨ ਸ਼ਲੋਕਾਂ ਨੂੰ ਇੱਕ ਵਾਰੀ ਪਿਆਰ ਨਾਲ ਪੜ੍ਹ ਕੇ ਵਿਚਾਰੀਏ ਜੀ। ਸਤਨਾਮ ਵਾਹਿਗੁਰੂ ਜੀ। ਅਜ ਨਾ ਸੁਤੇ ਕੰਤ ਸਿਓ, ਅੰਗ ਮੁੜੇ ਮੁੜ ਜਾਏ। ਜਾਏ ਪੁੱਛੋ ਦੁਹਾਗਣੀ, ਤੁਮ ਕਿਉਂ ਰਹਿਣ ਵਿਹਾਏ। ਅਜ ਨ ਸੁਤੀ ਕੰਤ ਸਿਓ, ਅੰਗ ਮੁੜੇ ਮੁੜ ਜਾਏ। ਜਾਏ ਪੁੱਛੋ ਸੋ ਦੁਹਾਗਣੀ, ਤੁਮ ਕਿਉਂ ਰਹਿਣ ਵਿਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਅੱਜ ਦੇ ਪਾਵਨ ਸ਼ਲੋਕ ਅੰਦਰ ਜੋ 30 ਨੰਬਰ ਸ਼ਲੋਕ ਹੈ, ਬਾਬਾ ਫਰੀਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਬਾਬਾ ਫਰੀਦ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਲੋਕ ਬਾਬਾ ਫਰੀਦ ਸਾਹਿਬ ਜੀ ਨੇ ਹਿਰਦੇ ਦੀ ਉਹ ਵੇਦਨ ਬਿਆਨ ਕੀਤੀ ਹੈ ਕਿ ਜਿਨ੍ਹਾਂ ਦਾ ਪ੍ਰੇਮ ਪਰਮੇਸ਼ਰ ਦੇ ਚਰਨਾਂ ਦੇ ਵਿੱਚ, ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਹੈ, ਫਿਰ ਉਹ ਪ੍ਰੇਮ ਨੇਮ ਬਣ ਜਾਂਦਾ ਹੈ। ਤੇ ਜਦੋਂ ਨੇਮ ਬਣ ਗਿਆ, ਫਿਰ ਉਹ ਨੇਮ ਕਦੇ ਟੁੱਟਦਾ ਨਹੀਂ। ਤੇ ਜੇ ਉਸ ਪ੍ਰੇਮ ਦੇ ਅੰਦਰ ਥੋੜਾ ਵੀ ਨਾਂਗਾ ਪਏ, ਉਸ ਨੇਮ ਦੇ ਅੰਦਰ ਜੇ ਥੋੜੀ ਵੀ ਰੁਕਾਵਟ ਬਣੇ, ਤੇ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਉਹ ਸਮਾਂ ਵੀ ਉਹਨਾਂ ਭਗਤ ਪਿਆਰਿਆਂ ਨੂੰ, ਰੱਬੀ ਰੂਹਾਂ ਨੂੰ, ਗੁਰਮੁਖ ਜਨਾਂ ਨੂੰ ਉਹ ਫਿਰ ਜਿਹੜਾ ਹੈ ਨਾ ਬਰਦਾਸ਼ਤ ਜੋ ਕਰਨ ਯੋਗ ਹੈ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜਿਨ੍ਹਾਂ ਦਾ ਪ੍ਰੇਮ ਹੈ, ਤੇ ਪ੍ਰੇਮ ਕਰਕੇ ਨੇਮ ਬਣਿਆ ਹੋਇਆ ਹੈ। ਬਾਬਾ ਜੀ ਕਹਿੰਦੇ ਨੇ ਕਿ ਅਜ ਨਾ ਸੁਤੀ ਕੰਤ ਸਿਉ, ਕੰਧ ਤੋਂ ਭਾਵ ਹੈ ਮਾਲਕ ਵਾਹਿਗੁਰੂ। ਜੇ ਅੱਜ ਉਸ ਮਾਲਕ ਦੇ ਨਾਲ ਮੇਰਾ ਪ੍ਰੇਮ ਨਹੀਂ ਨਿਭਿਆ, ਉਸ ਦੇ ਨਾਲ ਮੇਰਾ ਨੇਮ ਨਹੀਂ ਨਿਭਿਆ, ਤੇ ਉਸ ਪ੍ਰਭੂ ਦੇ ਨਾਲ ਲੀਨਤਾ ਨਾ ਹੋਣ ਕਰਕੇ ਅੰਗ ਮੁੜੇ ਮੁੜ ਜਾਏ, ਮੇਰੇ ਸਰੀਰ ਦੇ ਅੰਗ ਵੀ ਮੁੜਦੇ ਨੇ। ਪਾਓ ਕਿ ਉਹ ਜਿੰਦ, ਉਹ ਸਰੀਰ ਦੁਖੀ ਹੁੰਦਾ ਹੈ ਜਿਹਦਾ ਰੱਬ ਦੇ ਨਾਲ ਪ੍ਰੇਮ ਬਣਿਆ ਹੋਏ, ਔਰ ਪ੍ਰੇਮ ਕਰਕੇ ਜੇ ਨੇਮ ਨਾ ਨਿਭੇ ਤਾਂ।
ਬਾਬਾ ਜੀ ਨੇ ਕਿਹਾ ਕਿ ਅਜ ਨਾ ਸੁਤੀ ਕੰਤ ਸਿਉ, ਕੰਤ ਦੇ ਨਾਲ ਅਜ ਲੀਨਤਾ ਨਹੀਂ ਹੋਈ। ਰੱਬ ਦੇ ਨਾਲ ਜੋ ਪ੍ਰੇਮ ਹੈ ਉਹ ਨੇਮ ਨਹੀਂ ਨਿਭਿਆ ਤੇ ਅੰਗ ਮੁੜੇ ਮੁੜ ਜਾਏ। ਮਾਨੋ ਇਹ ਸਰੀਰ ਵੀ ਜਿਹੜਾ ਹੈ ਰੱਬ ਦੇ ਪ੍ਰੇਮ ਕਰਕੇ ਦੁਖੀ ਹੈ। ਤੇ ਨਾਲ ਹੀ ਬਾਬਾ ਜੀ ਨੇ ਕਿਹਾ ਕਿ ਜਾਏ ਪੁੱਛੋ ਡੋਹਾਗਣੀ। ਡੋਹਾਗਣੀ ਤੋਂ ਭਾਵ ਜੋ ਰੱਬ ਦੇ ਨਾਲੋਂ ਟੁੱਟੀ ਹੋਈ ਛੁੱਟੜ ਜੀਵ ਰੂਪੀ ਇਸਤਰੀ ਹੈ, ਜਿਸ ਦਾ ਮਾਲਕ ਕੰਤ ਦੇ ਨਾਲ ਪ੍ਰਭੂ ਦੇ ਨਾਲ ਪ੍ਰੇਮ ਨਹੀਂ ਪਿਆ। ਆਖਦੇ ਨੇ ਕਿ ਜਾਏ ਪੁੱਛੋ ਡੋਹਾਗਣੀ, ਤੁਮ ਕਿਉਂ ਰਹਿਣ ਵਿਹਾਏ, ਕਿ ਤੁਹਾਡੀ ਉਮਰ ਰੂਪੀ ਰਾਤ ਕਿਵੇਂ ਬਤੀਤ ਹੁੰਦੀ ਹੈ। ਕਿਉਂਕਿ ਰੱਬੀ ਪ੍ਰੇਮ ਦੇ ਅੰਦਰ ਰੰਗਿਆ ਹੋਇਆ ਤੇ ਇੱਕ ਰਾਤ ਵੀ ਭਾਵ ਕਿ ਇੱਕ ਉਹ ਸਮਾਂ ਜਿਹੜਾ ਮਾਲਕ ਦੀ ਭਗਤੀ ਤੋਂ ਵਾਂਝ ਆ ਜਾਂਦਾ ਹੈ, ਉਹ ਵੀ ਬਰਦਾਸ਼ਤ ਨਹੀਂ ਕਰ ਸਕਦਾ। ਤੇ ਸਾਧ ਸੰਗਤ ਜਿਨ੍ਹਾਂ ਦਾ ਰੱਬ ਦੇ ਨਾਲ ਪਰਮੇਸ਼ਰ ਦੇ ਨਾਲ ਪ੍ਰੇਮ ਪਿਆ ਹੋਇਆ ਹੈ, ਫਿਰ ਉਹ ਰੱਬ ਦੇ ਚਰਨਾਂ ਦੇ ਵਿੱਚੋਂ ਟੁੱਟਦੇ ਨਹੀਂ। ਰੱਬੀ ਭਗਤੀ ਦੇ ਨਾਲ, ਰੱਬ ਦੀ ਸਿਫਤ ਸਲਾਹ ਦੇ ਨਾਲ ਉਹ ਜੁੜੇ ਰਹਿੰਦੇ ਨੇ। ਕਿ ਜਾਏ ਪੁੱਛੋ ਡੋਹਾਗਣੀ, ਉਹਨਾਂ ਜੀਵ ਰੂਪੀ ਇਸਤਰੀਆਂ ਜਾ ਕੇ ਪੁੱਛਿਆ ਜਾਏ ਜੋ ਰੱਬ ਤੋਂ ਟੁੱਟੀਆਂ ਹੋਈਆਂ ਨੇ ਕਿ ਤੁਮ ਕਿਉਂ ਰਹਿਣ ਵਿਹਾਏ, ਤੁਹਾਡੀ ਉਮਰ ਰੂਪੀ ਰਾਤ ਭਾਵ ਕਿ ਜ਼ਿੰਦਗੀ ਕਿਵੇਂ ਬਤੀਤ ਹੁੰਦੀ ਹੈ। ਇਸ ਸ਼ਲੋਕ ਅੰਦਰ ਬਾਬਾ ਜੀ ਨੇ ਰਹਿਮਤ ਕੀਤੀ ਕਿ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਨਾ, ਉਹਨਾਂ ਦੇ ਅੰਦਰ ਹੀ ਨੇਮ ਬਣਦਾ ਹੈ। ਕਿਉਂਕਿ ਪ੍ਰੇਮ ਕਰਕੇ ਹੀ ਨੇਮ ਹੈ। ਅਸੀਂ ਬਾਣੀ ਜਦੋਂ ਅੰਮ੍ਰਿਤ ਵੇਲੇ ਦਾ ਜਾਪ ਕਰਦੇ ਹਾਂ ਤੇ ਉਸ ਦਾ ਨਾਮ ਦਿੱਤਾ ਗਿਆ ਹੈ ਨਿਤ ਨੇਮ। ਜੋ ਨਿਤ ਹੀ ਨੇਮ ਦੇ ਨਾਲ ਕੀਤਾ ਜਾਏ, ਪਰ ਨਿਤ ਨੇਮ ਉਹ ਕਰਨਗੇ ਜਿਨ੍ਹਾਂ ਦਾ ਗੁਰੂ ਦੇ ਨਾਲ, ਰੱਬ ਦੇ ਨਾਲ ਪ੍ਰੇਮ ਹੈ। ਪਾਤਸ਼ਾਹ ਆਖਦੇ ਨੇ ਕਿ ਪ੍ਰੇਮ ਕਰਕੇ ਹੀ ਨੇਮ ਹੈ, ਤੇ ਜਿੱਥੇ ਨੇਮ ਹੈ ਉੱਥੇ ਪ੍ਰੇਮ ਹੈ। ਸਾਡੇ ਨਾਲ ਦਾ ਕੋਈ ਪਿਆਰਾ ਜੀ ਜੇ ਦੇਸ਼ਾਂਤਰਾਂ ਅੰਦਰ ਵੀ ਚਲਾ ਜਾਏ, ਇੰਜ ਕਹਿ ਲਵਾਂ ਇਸ ਦੇਸ਼ ਤੋਂ ਕਿਸੇ ਹੋਰ ਦੇਸ਼ ਵੀ ਚਲਾ ਜਾਏ, ਤੇ ਸਾਡਾ ਜੇ ਬੜਾ ਪ੍ਰੇਮ ਕਰਨ ਵਾਲਾ ਹੈ, ਜਿਹਦੇ ਨਾਲ ਸਾਡਾ ਬੜਾ ਪ੍ਰੇਮ ਹੈ, ਤੇ ਉਹ ਸਾਡੇ ਨੇਮ ਦੇ ਵਿੱਚ ਰਹੇਗਾ, ਸਾਡੀ ਯਾਦ ਵਿੱਚ ਰਹੇਗਾ। ਤੇ ਜਿਸ ਦੇ ਨਾਲ ਸਾਡਾ ਪ੍ਰੇਮ ਨਹੀਂ, ਭਾਵੇਂ ਉਹ ਨਾਲ ਹੀ ਕਿਉਂ ਨਾ ਰਹਿੰਦਾ ਹੋਏ, ਉਹਦਾ ਘਰ ਦੇ ਨਾਲ ਹੀ ਘਰ ਕਿਉਂ ਨਾ ਹੋਏ, ਉਹ ਆਪਣੇ ਜੀਵਨ ਦੇ ਅੰਦਰ, ਉਹ ਹਿਰਦੇ ਅੰਦਰ, ਉਹ ਸੁਰਤ ਅੰਦਰ ਨਹੀਂ ਟਿਕ ਸਕਦਾ। ਜਿਨ੍ਹਾਂ ਦੇ ਨਾਲ ਪ੍ਰੇਮ ਹੈ ਉਹਨਾਂ ਦੇ ਨਾਲ ਹੀ ਨੇਮ ਨਿਭੇਗਾ। ਤੇ ਗੁਰਬਾਣੀ ਨੇ ਸਾਨੂੰ ਨੇਮ ਬਖਸ਼ਿਆ ਹੈ। ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਖਦੇ ਨੇ ਕਿ ਸਿੱਖ ਦੇ ਜੀਵਨ ਅੰਦਰ ਨੇਮ ਹੋਏ। ਤੇ ਗੁਰਦੇਵ ਨੇ ਫਿਰ ਗੌੜੀ ਰਾਗ ਅੰਦਰ ਰਹਿਮਤ ਕਰਕੇ ਆਖਿਆ, ਪਾਤਸ਼ਾਹ ਆਖਦੇ ਨੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ। ਜਿਹੜਾ ਸਾਸ ਆਪਣੇ ਮਾਲਕ ਨੂੰ ਸਿਮਰਦਾ ਹੈ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਇਆ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ। ਤੇ ਗੁਰਦੇਵ ਅਖੀਰ ਦੇ ਵਿੱਚ ਆਖਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਖਦੇ ਨੇ ਕਿ ਉਸ ਗੁਰਸਿੱਖ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਜੋ ਆਪ ਹੀ ਵੀ ਜਪਦਾ ਉਹਨਾਂ ਨੂੰ ਜਪਾਉਂਦਾ ਹੈ। ਕਿਉਂਕਿ ਗੁਰੂ ਪਾਤਸ਼ਾਹ ਨੇ ਸਿੱਖ ਨੂੰ ਨੇਮ ਬਖਸ਼ੀ ਹੈ। ਨੇਮ ਨੂੰ ਨਿਭਾਉਂਦਿਆਂ ਹੋਇਆਂ, ਪ੍ਰੇਮ ਦੇ ਵਿੱਚ ਟਿਕਿਆ ਹੋਇਆਂ ਸਮਾਂ ਲੱਗਦਾ ਹੈ। ਪਰ ਜੇ ਕੁਸੰਗਤ ਜੀਵ ਚਲਾ ਜਾਏ, ਭੈੜੇ ਮਨੁੱਖਾਂ ਦੀ ਸੰਗਤ ਹੀ ਚਲਾ ਜਾਏ, ਰੱਬ ਤੋਂ ਟੁੱਟਿਆ ਹੋਇਆਂ ਜੀਵਾਂ ਦੀ ਸੰਗਤ ਹੀ ਚਲਾ ਜਾਏ, ਤੇ ਉਹਦਾ ਨੇਮ ਵੀ ਟੁੱਟ ਜਾਂਦਾ ਹੈ। ਕਈ ਵਾਰੀ ਨੇਮ ਨਿਭਾਉਂਦਿਆਂ ਹੋਇਆਂ ਆਲਸ ਆ ਕੇ ਅੱਗੇ ਖੜਾ ਹੋ ਗਿਆ, ਜਿਸ ਨੂੰ ਗੁਰਬਾਣੀ ਨੇ ਆਖਿਆ ਕਿ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਕਈ ਵਾਰੀ ਵਿਕਾਰ ਆ ਕੇ ਨੇਮ ਦੇ ਵਿੱਚ ਬਾਧਾ ਪਾਉਂਦੇ ਨੇ।
ਕਈ ਵਾਰੀ ਕੁਸੰਗਤ ਆ ਕੇ ਨੇਮ ਔਰ ਪ੍ਰੇਮ ਦੇ ਚ ਬਾਧਾ ਪਾਉਂਦੀ ਹੈ। ਤਾਂ ਹੀ ਬਾਬਾ ਫਰੀਦ ਸਾਹਿਬ ਨੇ ਦੇਖੋ ਬੜਾ ਸੋਹਣਾ ਐਗਜ਼ਾਮਪਲ ਦੇ ਕੇ ਸਮਝਾਇਆ। ਆਖਣ ਲੱਗੇ ਕਿ ਜਦੋਂ ਮਨੁੱਖੀ ਸਰੀਰ ਸੰਸਾਰ ਦੇ ਅੰਦਰ ਇੰਜ ਕਹਿ ਲਵਾਂ ਕਿ ਮਾਂ ਦੇ ਗਰਭ ਦੇ ਅੰਦਰ ਆਪਣੀ ਹੋਂਦ ਬਣਾਉਂਦਾ ਹੈ, ਉਹਨੂੰ 6 ਮਹੀਨੇ ਲੱਗ ਜਾਂਦੇ ਨੇ। ਜਿਵੇਂ ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਦੇ ਵਿੱਚ ਪ੍ਰੇਮ ਨਿਭਾਉਂਦਾ ਹੈ ਨਾ, ਤੇ ਪ੍ਰੇਮ ਨੇਮ ਨਾਲ ਨਿਭਦਾ ਹੈ, ਤੇ ਉਸ ਪ੍ਰੇਮ ਨੂੰ ਨਿਭਾਉਂਦਿਆਂ ਹੋਇਆਂ ਸਮਾਂ ਲੱਗਦਾ ਹੈ। ਪਰ ਨੇਮ ਇੱਕ ਦਿਨ ਪ੍ਰੇਮ ਦੇ ਵਿੱਚ ਭਿੱਜ ਕੇ ਉਸ ਮਾਲਕ ਦਾ ਰੂਪ ਬਣ ਜਾਂਦਾ ਹੈ। ਉਸ ਪ੍ਰੇਮ ਦੇ ਅੰਦਰ ਬੜੀਆਂ ਉੜਕਾਂ ਆਉਂਦੀਆਂ ਨੇ, ਬੜੀਆਂ ਰੁਕਾਵਟਾਂ ਆਉਂਦੀਆਂ ਨੇ, ਤੈਨੂੰ ਸਮਾਂ ਵੀ ਲੱਗਦਾ ਹੈ। ਬਾਬਾ ਫਰੀਦ ਸਾਹਿਬ ਆਖਦੇ ਨੇ ਜਿਵੇਂ ਮਨੁੱਖੀ ਸਰੀਰ ਮਾਤਾ ਦੇ ਗਰਭ ਦੇ ਵਿੱਚ ਆਪਣੀ ਹੋਂਦ ਬਣਾਉਂਦਿਆਂ ਹੋਇਆਂ ਤਕਰੀਬਨ ਉਹਨੂੰ 6 ਮਹੀਨੇ ਲੱਗਦੇ ਨੇ, ਤੇ ਟੁੱਟਦਿਆਂ ਹੋਇਆਂ ਕੇਵਲ ਇੱਕ ਖਿਣ ਲੱਗਦਾ ਹੈ। ਜੁੜਨਦਿਆਂ 6 ਮਾਹ, ਟੁੱਟਦਿਆਂ ਇੱਕ ਖਿਣੋਂ। ਜਦੋਂ ਸਰੀਰ ਮੁਕੰਮਲ ਬਣਦਾ ਹੈ, ਮਨੁੱਖ ਦਾ ਸਰੀਰ ਪੂਰਾ ਸਰੀਰ ਜਿਹੜਾ ਹੈ ਉਹ ਮਾਤਾ ਦੇ ਗਰਭ ਦੇ ਬਣਦਾ 6 ਮਹੀਨੇ ਲੱਗ ਜਾਂਦੇ ਨੇ, ਤੇ ਟੁੱਟਦਿਆਂ ਹੋਇਆਂ ਕਿਤਨਾ ਸਮਾਂ ਲੱਗਿਆ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਇੱਕ ਖਿਣੋਂ। ਇਸ ਲਈ ਸਿੱਖ ਦੇ ਜੀਵਨ ਦੇ ਵਿੱਚ ਨੇਮ ਹੋਏ ਤੇ ਨੇਮ ਹੀ ਪ੍ਰੇਮ ਦੇ ਵਿੱਚ ਤਬਦੀਲ ਹੁੰਦਾ ਹੈ। ਬਾਬਾ ਫਰੀਦ ਸਾਹਿਬ ਨੇ ਆਖਿਆ ਕਿ ਅਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਏ। ਕਿ ਜੇ ਇੱਕ ਸਮਾਂ ਵੀ ਮਾਲਕ ਦੀ ਭਗਤੀ ਤੋਂ ਬਿਨਾ ਨੇਮ ਨਹੀਂ ਨਿਭਦਾ ਤੇ ਉਹ ਵੀ ਨਾ ਬਰਦਾਸ਼ਤ ਕਰਨ ਯੋਗ ਹੈ। ਪਰ ਉਹਨਾਂ ਜੀਵ ਰੂਪੀ ਇਸਤਰੀਆਂ ਦੀ, ਉਹਨਾਂ ਮਨੁੱਖਾਂ ਦੀ ਜਿਨ੍ਹਾਂ ਦੇ ਹਿਰਦੇ ਅੰਦਰ ਰੱਬੀ ਪਿਆਰ ਨਹੀਂ ਪੈਦਾ ਹੋਇਆ, ਉਹਨਾਂ ਦੀ ਜ਼ਿੰਦਗੀ ਕਿਵੇਂ ਬਤੀਤ ਹੁੰਦੀ ਹੈ। ਹੁਣ ਬਾਬਾ ਫਰੀਦ ਸਾਹਿਬ ਆਪ ਰੱਬੀ ਪ੍ਰੇਮ ਦੇ ਅੰਦਰ ਰੰਗੇ ਹੋਏ ਨੇ। ਬਾਬਾ ਫਰੀਦ ਸਾਹਿਬ ਤੇ ਆਪਣੇ ਧਰਮ ਦੇ ਅੰਦਰ ਬੜੇ ਇੰਜ ਕਹਿ ਲਵਾਂ ਕਿ ਰੱਬੀ ਪ੍ਰੇਮ ਦੇ ਅੰਦਰ ਰੰਗੇ ਹੋਏ, ਬੜੇ ਪੱਕੇ ਤੌਰ ਦੇ ਉੱਪਰ ਇਸਲਾਮ ਧਰਮ ਨੂੰ ਧਾਰਨ ਕਰਨ ਵਾਲੇ, ਉਹ ਸਰਾਂ ਨੂੰ ਮੰਨਣ ਵਾਲੇ ਨੇ ਬਾਬਾ ਫਰੀਦ ਸਾਹਿਬ। ਬਾਬਾ ਫਰੀਦ ਸਾਹਿਬ ਨੇ ਆਪਣੀ ਬਾਣੀ ਅੰਦਰ ਆਖਿਆ ਕਿ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਿ ਐ ਇਨਸਾਨ ਜੇ ਤੂੰ ਉਸ ਮਾਲਕ ਦੀ ਖੁਦਾ ਦੀ ਬੰਦਗੀ ਨਹੀਂ ਕਰਦਾ, ਜੇ ਉਸ ਮਾਲਕ ਦਾ ਪ੍ਰੇਮ ਤੇਰੇ ਹਿਰਦੇ ਅੰਦਰ ਨਹੀਂ ਹੈ, ਤੇ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਭੀ ਹੀ ਚੱਲਣਾ ਆਇਆ ਪੰਜੇ ਵਕਤ ਮਸਜਿਦ। ਕਿ ਖੁਦਾ ਦੀ ਬੰਦਗੀ ਕਰਨ ਲਈ ਮਸਜਿਦ ਦੇ ਵਿੱਚ ਰੱਬ ਦੇ ਘਰ ਤੋਂ ਆਇਆ ਹੀ ਨਹੀਂ। ਬਾਬਾ ਫਰੀਦ ਸਾਹਿਬ ਆਖਦੇ ਨੇ, ਉਹ ਆਖਦੇ ਨੇ ਕਿ ਆਪਣੇ ਅੱਲਾਹ ਦੀ, ਆਪਣੇ ਖੁਦਾ ਦੀ, ਰੱਬ ਦੀ ਨਮਾਜ਼ ਅਦਾ ਕਰ। ਉੱਠ ਫਰੀਦਾ ਉਜੂ ਸਾਜ ਸੁਬਹ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਜੋ ਸਿਰ ਆਪਣੇ ਸਾਈਂ ਦੇ ਮਾਲਕ ਦੇ ਚਰਨਾਂ ਦੇ ਵਿੱਚ ਨਿਵਦਾ ਹੀ ਨਹੀਂ, ਝੁਕਦਾ ਹੀ ਨਹੀਂ, ਰੱਬ ਦੀ ਰਜ਼ਾ ਦੇ ਵਿੱਚ ਨਹੀਂ ਚੱਲਦਾ, ਉਸ ਸਿਰ ਦਾ ਕੀ ਲਾਭ ਹੈ। ਉਸ ਸਿਰ ਨੂੰ ਕੱਟ ਕੇ ਪਰਾਂ ਸੁੱਟ ਦੇ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ, ਕਾਏ ਕੁੰਨੇ ਹੇਠ ਜਲਾਈਐ ਬਾਲਣ ਸੰਧੈ ਥਾਈ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਬਾਲਣ ਦੀ ਥਾਂ ਦੇ ਉੱਪਰ ਉਸ ਸੀਸ ਨੂੰ ਜਾ ਕੇ ਸਾੜ ਦੇ ਜਿਹੜਾ ਮਾਲਕ ਦੇ ਚਰਨਾਂ ਦੇ ਝੁਕਦਾ ਹੀ ਨਹੀਂ ਹੈ, ਜੋ ਰੱਬੀ ਬੰਦਗੀ ਦੇ ਅੰਦਰ, ਪ੍ਰਭੂ ਦੇ ਪ੍ਰੇਮ ਦੇ ਅੰਦਰ ਨਹੀਂ ਨਿਭਦਾ। ਤੇ ਬਾਬਾ ਫਰੀਦ ਸਾਹਿਬ ਆਪ ਰੱਬੀ ਪ੍ਰੇਮ ਦੇ ਅੰਦਰ ਰੰਗੇ ਹੋਏ ਨੇ। 1173 ਦੇ ਅੰਦਰ ਬਾਬਾ ਫਰੀਦ ਸਾਹਿਬ ਦਾ ਜਨਮ ਹੈ। 1265 ਦੇ ਅੰਦਰ ਸੰਸਾਰ ਤੋਂ ਸਰੀਰਕ ਹਿਆਤੀ ਕਰਕੇ ਬਾਬਾ ਫਰੀਦ ਸਾਹਿਬ ਜਾਂਦੇ ਨੇ। ਇਤਿਹਾਸ ਨੇ ਇਹ ਗੱਲ ਸੰਭਾਲੀ ਹੈ ਕਿ ਬਾਬਾ ਫਰੀਦ ਸਾਹਿਬ ਦੀ ਜੋ ਅਖੀਰਲੀ ਨਮਾਜ਼ ਹੈ, ਅਖੀਰਲੀ ਨਮਾਜ਼ ਤੋਂ ਪਹਿਲਾਂ ਬਾਬਾ ਫਰੀਦ ਸਾਹਿਬ ਨੇਮ ਨਿਭਾਉਂਦਿਆਂ ਹੋਇਆਂ ਬੇਹੋਸ਼ ਹੋ ਕੇ ਡਿੱਗ ਪਏ। ਕੁਝ ਸਮੇਂ ਬਾਅਦ ਜਦੋਂ ਹੋਸ਼ ਆਈ, ਆਪਣੇ ਚੇਲਿਆਂ ਨੂੰ, ਆਪਣੇ ਸ਼ਾਗਿਰਦਾਂ ਨੂੰ ਪੁੱਛਦੇ ਨੇ ਮੇਰੀ ਨਮਾਜ਼ ਅਦਾ ਹੋਈ ਕਿ ਨਹੀਂ ਹੋਈ। ਤੇ ਚੇਲਿਆਂ ਨੇ, ਸ਼ਾਗਿਰਦਾਂ ਨੇ ਕਹਿਤਾ ਕਿ ਬਾਬਾ ਜੀ ਜੇ ਨਮਾਜ਼ ਨਹੀਂ ਵੀ ਅਦਾ ਹੋਈ ਤੇ ਕੀ ਹੋਇਆ, ਤੁਸੀਂ ਤੇ ਆਪ ਖੁਦਾ ਦਾ ਰੂਪ ਹੋ ਗਏ ਹੋ,
ਤੁਸੀਂ ਤੇ ਮਾਲਕ ਦੇ ਪ੍ਰੇਮ ਦੇ ਅੰਦਰ ਰੰਗੇ ਹੋਏ ਹੋ। ਬਾਬਾ ਫਰੀਦ ਸਾਹਿਬ ਕਹਿਣ ਲੱਗੇ ਮੈਂ ਆਪਣਾ ਅੰਦਰ ਜਾਣਦਾ ਹਾਂ। ਫਿਰ ਉਹਨਾਂ ਨੇ ਉਜੋ ਕੀਤਾ, ਆਪਣਾ ਮੂੰਹ ਹੱਥ ਧੋਤੇ ਤੇ ਖੁਦਾ ਦੀ ਨਮਾਜ਼ ਕੀਤੀ, ਫਿਰ ਨੇਮ ਨਿਭਾਇਆ। ਹੁਣ ਦੇਖੋ ਇੱਥੇ ਗੱਲ ਸਮਝਣ ਯੋਗ ਹੈ ਕਿ ਭਾਵੇਂ ਕਿਸੇ ਵੀ ਅਹੁਦੇ ਦੇ ਉੱਪਰ ਮਨੁੱਖ ਹੋਏ, ਇਹ ਨਹੀਂ ਕਿ 4 ਕਿਤਾਬਾਂ ਪੜ੍ਹ ਕੇ ਉਸਨੇ ਗਿਆਨ ਪ੍ਰਾਪਤ ਕਰ ਲਿਆ ਤੇ ਉਸ ਨੂੰ ਨੇਮ ਨਿਭਾਉਣ ਦੀ ਲੋੜ ਨਹੀਂ। ਭਾਵੇਂ ਉਹ ਆਗੂ ਹੈ, ਭਾਵੇਂ ਉਹ ਧਰਮ ਦੀ ਦੁਨੀਆ ਦੇ ਉੱਪਰ ਬੜਾ ਉੱਚਾ ਰਹਿਬਰ ਹੈ, ਸਤਿਗੁਰ ਆਖਦੇ ਨੇ ਕਿ ਨੇਮ ਸਾਰਿਆਂ ਦੇ ਜੀਵਨ ਦੇ ਵਿੱਚ ਹੋਣਾ ਚਾਹੀਦਾ, ਕਿਉਂਕਿ ਨੇਮ ਹੈ ਤਾਂ ਹੀ ਪ੍ਰੇਮ ਪ੍ਰਭੂ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋਏਗਾ। ਜਿਨ੍ਹਾਂ ਦੇ ਜੀਵਨ ਦੇ ਵਿੱਚ ਨੇਮ ਨਹੀਂ, ਉਹਨਾਂ ਦੇ ਜੀਵਨ ਵਿੱਚ ਪ੍ਰੇਮ ਵੀ ਨਹੀਂ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਤਾਂ ਹੀ ਬਾਣੀ ਅੰਦਰ ਆ ਕੇ ਹੈ, ਗੁਰਦੇਵ ਆਖਦੇ ਨੇ ਕਿ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ। ਹੁਣ ਕਦ ਮਿਲੀਏ ਪ੍ਰੈਤੁਤ ਭਗਵੰਤਾ, ਜੇ ਇੱਕ ਘੜੀ ਮਾਤਰ ਵੀ ਰੱਬ ਦੇ ਨਾਲ ਗੁਰੂ ਨਾਲੋਂ ਵਿਛੋੜਾ ਪੈਂਦਾ ਹੈ ਤੇ ਮਾਨੋ ਕਲਯੁਗ ਵਾਪਰ ਗਿਆ ਹੈ। ਤੇ ਗੁਰਦੇਵ ਦਾ ਪਾਵਨ ਬਚਨ ਹੈ, ਏਕ ਘੜੀ ਦਿਨਸ ਮੋਕੋ ਬਹੁਤ ਦਿਹਾਰੇ, ਮਨ ਨਾ ਰਹਿ ਕੈਸੇ ਮਿਲੋਂ ਪਿਆਰੇ। ਹੁਣ ਮਨ ਰਹਿੰਦਾ ਨਹੀਂ, ਕਿਸ ਜੁਗਤੀ ਦੇ ਨਾਲ, ਕਿਸ ਢੰਗ ਦੇ ਨਾਲ ਮੈਂ ਆਪਣੇ ਮਾਲਕ ਨੂੰ, ਵਾਹਿਗੁਰੂ ਨੂੰ ਜਾ ਕੇ ਮਿਲਾਂ। ਮਨ ਨਾ ਰਹਿ ਕਿਉਂ ਮਿਲੇ ਪਿਆਰੇ, ਦਰਸ਼ਨ ਕੀ ਮਨ ਆਸ ਕਨੇਰੀ। ਮੇਰੇ ਹਿਰਦੇ ਅੰਦਰ ਗੁਰੂ ਦੇ ਦਰਸ਼ਨਾਂ ਦੇ, ਵਾਹਿਗੁਰੂ ਦੇ ਦਰਸ਼ਨਾਂ ਦੀ ਆਸ ਬੜੀ ਕਨੇਰੀ ਹੈ, ਪ੍ਰਬਲ ਹੈ। ਤੇ ਪਾਵਨ ਬਾਣੀ ਤੇ ਫਿਰ ਪੰਕਤੀਆਂ ਨੂੰ ਉਚਾਰਨ ਕੀਤੀਆਂ ਕਿ 4 ਪਹਿਰ ਚੌਹ ਜੁਗਾਂ ਸਮਾਨੇ। 4 ਪਹਿਰ ਵੀ ਇਵੇਂ ਲੱਗਦੇ ਨੇ ਜਿਵੇਂ 4 ਯੁਗ ਵਾਪਰ ਗਿਆ ਹੋਏ, ਭਾਵ ਕਿ 4 ਯੁਗਾਂ ਜਿਤਨਾ ਸਮਾਂ ਹੋ ਗਿਆ ਹੋਵੇ। 4 ਪਹਿਰ ਤੋਂ ਭਾਵ ਹੈ ਦਿਨ ਦੇ 4 ਪਹਿਰ। ਜੇ ਇੱਕ ਦਿਨ ਵੀ ਰੱਬ ਦੀ ਬੰਦਗੀ ਤੋਂ, ਰੱਬ ਦੀ ਸਿਫਤ ਸਲਾਹ ਤੋਂ ਬਿਨਾਂ ਦਰਸ਼ਨਾਂ ਤੋਂ ਗੁਜ਼ਰਦਾ ਹੈ ਤੇ ਗੁਰਦੇਵ ਪਾਤਸ਼ਾਹ ਆਖਦੇ ਨੇ ਕਿ 4 ਪਹਿਰ ਚੌਹ ਜੁਗਾਂ ਸਮਾਨੇ। 4 ਯੁਗਾਂ ਜਿਤਨੇ ਨੇ ਤੇ 4 ਯੁਗ ਤ੍ਰੇਤਾ, ਦੁਆਪਰ, ਕਲਯੁਗ, ਸਤਯੁਗ। ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਹਨਾਂ 4 ਯੁਗਾਂ ਦਾ ਸਮਾਂ ਵੀ ਨਿਸ਼ਚਿਤ ਕੀਤਾ ਹੈ ਕਿ ਕਿਤਨੇ ਕਿਤਨੇ ਹਜ਼ਾਰਾਂ ਸਾਲ ਦਾ ਇੱਕ ਯੁਗ ਹੋਏ ਹੈ। ਗੁਰਦੇਵ ਪਾਤਸ਼ਾਹ ਆਖਦੇ ਨੇ ਕਿ 4 ਪਹਿਰ ਚੌਹ ਜੁਗਾਂ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣੇ। ਪਰ ਜਦੋਂ ਰਾਤ ਆਉਂਦੀ ਹੈ ਤੇ ਉਹ ਰਾਤ ਮੁੱਕਣ ਦੇ ਵਿੱਚ ਨਹੀਂ ਆਉਂਦੀ, ਕਿਉਂਕਿ ਪ੍ਰਭੂ ਤੋਂ ਜੀਵ ਰੂਪੀ ਇਸਤਰੀ ਵਿਛੜੀ ਹੋਈ ਹੈ। ਜਿਹਨੂੰ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਮਾਲਕ ਦੇ ਪ੍ਰਭੂ ਦੇ ਚਰਨਾਂ ਦੇ ਨਾਲੋਂ ਟੁੱਟੀ ਹੋਈ ਜੀਵ ਰੂਪੀ ਇਸਤਰੀ ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ। ਜੇ ਅੱਜ ਰੱਬ ਦੇ ਚਰਨਾਂ ਦੇ ਚ ਲੀਨਤਾ ਨਹੀਂ ਹੋਈ, ਨੇਮ ਨਹੀਂ ਨਿਭਿਆ ਤੇ ਮੇਰੇ ਸਰੀਰ ਦੇ ਅੰਗ ਵੀ ਦੁਖੀ ਹੁੰਦੇ ਨੇ। ਤੇ ਜਿਹੜੀਆਂ ਜੀਵ ਰੂਪੀ ਇਸਤਰੀਆਂ ਟੁੱਟੀਆਂ ਹੋਈਆਂ ਨੇ, ਉਹਨਾਂ ਦੀ ਕੀ ਹਾਲਤ ਹੋਏਗੀ। ਸਤਿਗੁਰੂ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਬਚਨ ਹੈ, ਗੁਰਦੇਵ ਰਹਿਰਾਸ ਦੀ ਬਾਣੀ ਅੰਦਰ ਰੋਜ਼ ਸਾਨੂੰ ਸੁਚੇਤ ਕਰਦੇ ਨੇ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ। ਜੇ ਵਾਹਿਗੁਰੂ ਦੇ ਨਾਮ ਨੂੰ ਆਖਦੇ ਹਾਂ ਸੱਚ ਜਾਣਿਓ ਤਾਂ ਹੀ ਜੀਵਨ ਹੈ। ਜੇ ਪ੍ਰਭੂ ਦੀ ਯਾਦ ਹਿਰਦੇ ਚੋਂ ਭੁੱਲਦੀ ਹੈ ਤੇ ਆਤਮਿਕ ਮੌਤ ਹੈ, ਕਿਉਂਕਿ ਸਰੀਰਿਕ ਕਰਕੇ ਤੇ ਪਸ਼ੂ ਪੰਛੀ ਵੀ ਜੀ ਰਹੇ ਨੇ। ਇਹ 84 ਲੱਖ ਜੋਨਾਂ ਸਾਰੀਆਂ ਜੀ ਰਹੀਆਂ ਨੇ, ਪਰ ਜੀਵਨ ਉਹਨਾਂ ਦਾ ਹੈ ਜਿਹੜੇ ਮਾਲਕ ਦੇ ਨਾਮ ਦੇ ਨਾਲ, ਪ੍ਰਭੂ ਦੀ ਭਗਤੀ ਦੇ ਨਾਲ, ਰੱਬ ਦੇ ਪ੍ਰੇਮ ਦੇ ਵਿੱਚ ਰੰਗੇ ਹੋਏ ਨੇ। ਪੁਰਾਤਨ ਅਰਦਾਸ ਜੋ ਗੁਰੂ ਕੇ ਸਿੱਖ ਕਰਦੇ ਸਨ, ਹਾਲਾਂਕਿ ਅੱਜ ਅਕਾਲ ਤਖਤ ਵੱਲੋਂ ਅਰਦਾਸ ਨਿਸ਼ਚਿਤ ਕੀਤੀ ਗਈ ਹੈ, ਜੋ ਹਰ ਇੱਕ ਗੁਰੂ ਧਾਮਾਂ ਦੇ ਵਿੱਚ ਅਰਦਾਸ ਕੀਤੀ ਜਾਂਦੀ ਹੈ। ਪਰ ਪੁਰਾਤਨ ਗੁਰੂ ਕੇ ਸਿੱਖ ਜਦੋਂ ਅਰਦਾਸ ਕਰਦੇ ਸਨ, ਉਹਨਾਂ ਵਿੱਚ ਇਹ ਪੰਕਤੀਆਂ ਅੰਕਿਤ ਸਨ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਲਈ ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਜਿਨ੍ਹਾਂ ਨੇ ਦਿੱਤੀਆਂ, ਸਵਾ ਸਵਾ ਮਣ ਦੇ ਪੀਸਨੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਦੇ ਚ ਹਾਰ ਪਵਾਏ। ਇਹ ਪੁਰਾਤਨ ਗੁਰਸਿੱਖਾਂ ਦੀ ਅਰਦਾਸ ਹੈ। ਤੇ ਦੇਖੋ ਉਹ ਸਮਾਂ ਵੀ ਜ਼ਕਰੀਆ ਖਾਨ ਦਾ ਇਸ ਹਿੰਦੁਸਤਾਨ ਦੀ ਧਰਤੀ ਪਰ ਆਇਆ, ਜਦੋਂ ਸਿੱਖਾਂ ਦੇ ਸਿਰਾਂ ਦੇ ਇੱਕ ਇੱਕ ਟਕਾ ਮੁੱਲ ਲੱਗਾ।
ਜ਼ਕਰੀਆ ਖਾਨ ਨੇ ਆਖਿਆ ਕਿ 1 ਟਕਾ ਦਿੱਤਾ ਜਾਏਗਾ ਜੇ ਕੋਈ ਸੀਸ ਸਿੱਖਾਂ ਦਾ ਲੈ ਕੇ ਆਏਗਾ। 1 ਟਕਾ ਗੁਰੂ ਕੇ ਸਿੱਖਾਂ ਦੇ ਸਿਰਾਂ ਦੇ ਮੁੱਰ ਲੱਗੇ ਤੇ ਗੱਡਿਆਂ ਦੇ ਗੱਡੇ ਭਰ ਕੇ ਆਣ ਲੱਗ ਪਏ। ਗੁਰੂ ਕੇ ਸਿੱਖ ਘਰ-ਬਾਰ ਤਿਆਗ ਕੇ ਜੰਗਲਾਂ ਦੇ ਵਿੱਚ, ਜੋ ਕਾਹਨੂੰਵਾਲ ਦੇ ਜੰਗਲ ਨੇ, ਉੱਥੇ ਚਲੇ ਗਏ। ਪਰ ਪਿੱਛੇ ਪਰਿਵਾਰ, ਉਹਨਾਂ ਦੇ ਬੱਚੇ, ਇਸਤਰੀਆਂ ਜੋ ਸਨ ਉਹ ਘਰਾਂ ਦੇ ਵਿੱਚ ਸਨ। ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹ ਪ੍ਰਸ਼ਾਦੇ ਬਣਾ ਕੇ, ਲੰਗਰ ਬਣਾ ਕੇ ਪਰਿਵਾਰ ਲਈ ਭੇਜਦੇ ਸਨ। ਤੇ ਸਮੇਂ ਦੇ ਹਕੂਮਤ ਦੇ ਬਾਦਸ਼ਾਹ ਨੇ ਕਿਹਾ, ਜੋ ਲੰਗਰ ਪ੍ਰਸ਼ਾਦ ਤੁਸੀਂ ਬਣਾ ਕੇ ਗੁਰੂ ਕੇ ਸਿੱਖਾਂ ਨੂੰ ਭੇਜਦੇ ਹੋ, ਅੱਜ ਤੋਂ ਬਾਅਦ ਜੇਲ੍ਹਾਂ ਦੇ ਅੰਦਰ ਰਹਿ ਕੇ, ਕਾਰਾਗਾਰ ਦੇ ਵਿੱਚ ਰਹਿ ਕੇ ਇੱਕ ਬੀਬੀ ਨੂੰ ਸਵਾ ਮਣ ਦੇ ਪੀਸਣੇ ਪੀਸੇਗੇ। ਭਾਵ ਕਿ ਸਾਰਾ ਦਿਨ ਚੱਕੀ ਚਲਾਣੀ, ਉਸ ਦੇ ਬਦਲੇ ਦੇਣਾ ਕਿ ਇੱਕ ਛੋਟਾ ਜਿਹਾ ਕੱਪ ਪਾਣੀ ਦਾ, ਜੋ ਅੱਧਾ ਪਾਣੀ ਦੇ ਨਾਲ ਭਰਿਆ ਹੋਇਆ, ਔਰ ਖੰਨੀ ਰੋਟੀ ਦਾ ਟੁਕੜਾ, ਭਾਵ ਕਿ ਅੱਧੀ ਰੋਟੀ ਖਾਣ ਨੂੰ ਦੇਣੀ। ਸਾਰਾ ਦਿਨ ਚੱਕੀ ਚਲਾਣੀ ਉਹਨਾਂ ਨੇ। ਪਰ ਮੈਂ ਕੁਰਬਾਨ ਜਾਵਾਂ ਉਹਨਾਂ ਗੁਰੂ ਕੇ ਸਿੱਖਾਂ ਤੋਂ, ਉਹਨਾਂ ਬੀਬੀਆਂ ਤੋਂ, ਜਿਨ੍ਹਾਂ ਨੇ ਸਾਰੀ ਦਿਨ ਚੱਕੀ ਚਲਾ ਕੇ ਸੰਧਿਆ ਵੇਲੇ ਜਦੋਂ ਨੇਮ ਨਿਭਾਣਾ, ਰਹਿਰਾਸ ਸਾਹਿਬ ਜੀ ਦਾ ਪਾਠ ਕਰਨਾ ਤੇ ਨਾਲ ਇਹ ਅਰਦਾਸ ਕਰਨੀ ਕਿ ਤੇਰੇ ਭਾਣੇ ਸਰਬੱਤ ਦਾ ਭਲਾ। ਜਦੋਂ ਪੁੱਛਦਾ ਹੈ ਸਮੇਂ ਦੇ ਹਕੂਮਤ ਦਾ ਬਾਦਸ਼ਾਹ ਕਿ ਉਹਨਾਂ ਬੀਬੀਆਂ ਦਾ ਕੀ ਹਾਲ ਹੈ, ਤੇ ਸਿਪਾਹੀ ਕਹਿੰਦੇ ਨੇ, ਦਾਤਾ ਇਹ ਜਹਾਪਨਾ ਕਿ ਉਹ ਸਾਰਾ ਦਿਨ ਤੇ ਭਾਵੇਂ ਚੱਕੀ ਚਲਾਉਂਦੀਆਂ ਨੇ, ਪਰ ਸੰਧਿਆ ਵੇਲੇ ਨੇਮ ਨਿਭਾ ਕੇ ਰੱਬ ਦੇ ਚਰਨਾਂ ਦੇ ਇਹ ਅਰਦਾਸ ਕਰਦੀਆਂ ਨੇ ਕਿ ਤੇਰੇ ਭਾਣੇ ਸਰਬੱਤ ਦਾ ਭਲਾ। ਦੇਖੋ ਜ਼ੁਲਮ ਦੀ ਅੱਤ, ਜਿਨ੍ਹਾਂ ਜੀਵ ਰੂਪੀ ਇਸਤਰੀਆਂ, ਜਿਨ੍ਹਾਂ ਬੀਬੀਆਂ ਨੇ ਗਰਭ ਧਾਰਨ ਕੀਤਾ ਹੋਇਆ ਸੀ, ਪੱਥਰ ਮਾਰ ਕੇ ਉਹਨਾਂ ਦਾ ਗਰਭ ਗਿਰਾਇਆ ਗਿਆ। ਇੰਜ ਕਹਿ ਲਵਾਂ, ਜਿਨ੍ਹਾਂ ਦੇ ਪੇਟ ਦੇ ਵਿੱਚ ਬੱਚੇ ਸਨ, ਪੱਥਰ ਮਾਰ ਕੇ ਉਹਨਾਂ ਦਾ ਗਰਭ ਗਿਰਾਇਆ ਗਿਆ। ਜਿਨ੍ਹਾਂ ਬੀਬੀਆਂ ਦੀ ਝੋਲੀਆਂ ਦੇ ਛੋਟੇ ਬੱਚੇ ਸਨ, ਜੋ ਅਜੇ ਦੁੱਧ ਪੀਂਦੇ ਸਨ, ਜਿਹੜੇ ਬੱਚੇ, ਉਹਨਾਂ ਨੂੰ ਉੱਪਰ ਉਛਾਲਣਾ, ਥੱਲੇ ਨੇਜਾ ਰੱਖ ਕੇ ਨੇਜੇ ਦੇ ਅੰਦਰ ਉਹਨਾਂ ਬੱਚਿਆਂ ਨੂੰ ਪਰੋ ਕੇ ਉਹਨਾਂ ਦਾ ਜੀਵਨ ਦਾ ਅੰਤ ਕਰ ਦੇਣਾ। ਇਥੋਂ ਬਸ ਨਹੀਂ, ਉਹਨਾਂ ਦੇ ਸਰੀਰ ਦੇ ਟੁਕੜੇ ਕਰਕੇ ਇੱਕ ਧਾਗੇ ਦੇ ਵਿੱਚ ਪਰੋ ਕੇ ਉਹਨਾਂ ਬੀਬੀਆਂ ਦੇ ਗਲਾਂ ਦੇ ਵਿੱਚ ਹਾਰ ਪਾ ਦੇਣੇ, ਪਰ ਉਹ ਸਿਦਕ ਤੋਂ ਡੋਲੀਆਂ ਨਹੀਂ। ਫਿਰ ਸਾਰਾ ਦਿਨ ਚੱਕੀ ਪੀਣੀ, ਸੰਧਿਆ ਵੇਲੇ ਰਹਿਰਾਸ ਸਾਹਿਬ ਦਾ ਪਾਠ ਕਰਨਾ ਤੇ ਮਾਲਕ ਦੇ ਚਰਨਾਂ ਦੇ ਫਿਰ ਇਹ ਅਰਦਾਸ ਕਰਨੀ, ਦਾਤਾ ਤੇਰੇ ਹੁਕਮ ਦੇ ਵਿੱਚ 4 ਪੈਰ ਦਿਨ ਸੁਖ ਨਾ ਬਤੀਤ ਹੋਏ। ਹੁਣ ਖਿਆਲ ਕਰਨਾ, ਜਿਨ੍ਹਾਂ ਦੀ ਇਹ ਹਾਲਤ ਹੋਏ, ਸਵਾ ਮਣ ਦੇ ਪੀਸਣੇ ਖੰਨੀ ਰੋਟੀ ਤੇ ਗੁਜ਼ਾਰਾ ਕਰਨਾ, ਤੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਦੇ ਵਿੱਚ ਹਾਰ ਪਵਾਏ ਹੋਣ ਜਿਨ੍ਹਾਂ ਨੇ, ਉਹਨਾਂ ਨੇ ਸੰਧਿਆ ਵੇਲੇ ਨੇਮ ਨਿਭਾਣਾ ਤੇ ਨੇਮ ਨਿਭਾ ਕੇ ਇਹ ਬਚਨ ਕਰਨੇ ਕਿ 4 ਪੈਰ ਦਿਨ ਸੁਖ ਨਾ ਬਤੀਤ ਹੋਇਆ। ਦਾਤਾ 4 ਪੈਰ ਰਾਤ ਆਈ ਹੈ, ਸੁਖ ਨਾ ਬਤੀਤ ਹੋਏ, ਤੇਰੇ ਹੁਕਮ ਅੰਦਰ, ਤੇਰੇ ਭਾਣੇ ਅੰਦਰ ਬਤੀਤ ਹੋਏ। ਅਖੀਰ ਦੇ ਚਾਣਾ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਾ ਕੇ ਸਿਪਾਹੀਆਂ ਨੇ ਆਖਿਆ ਕਿ ਜਹਾਪਨਾ, ਤੁਸੀਂ ਭਾਵੇਂ ਜ਼ੁਲਮ ਦੀ ਆਤ ਕਰਦੇ ਹੋ, ਪਰ ਉਹਨਾਂ ਦੇ ਨੇਮ ਦੀ ਕੋਈ ਕੁਤਾਈ ਨਹੀਂ। ਮੈਨੂੰ ਕਹਿਣ ਦੇਣਾ, ਇਤਨੇ ਦੁੱਖ ਸਹਾਰ ਕੇ ਵੀ ਉਹਨਾਂ ਨੇ ਆਪਣੇ ਨੇਮ ਦੇ ਵਿੱਚ ਕੋਈ ਕੁਤਾਈ ਨਹੀਂ ਵਰਤੀ, ਨੇਮ ਫਿਰ ਨਿਭਾਉਂਦੇ ਰਹੇ। ਤੇ ਅੱਜ ਸਾਡੇ ਕੋਲ ਸਾਰੇ ਸੁੱਖ ਨੇ, ਮਾਲਕ ਦੀ ਕਿਰਪਾ ਦੇ ਨਾਲ ਸਾਰੇ ਸੁੱਖ ਹੰਢਾਉਂਦਿਆਂ ਹੋਇਆਂ ਵੀ ਮੇਰੇ ਸਮੇਤ ਜੇ ਨੇਮ ਨਹੀਂ ਨਿਭਾਉਂਦੇ ਨਾ, ਤੇ ਗੁਰੂ ਦੇ ਘਰ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਸਾਨੂੰ ਲੇਖਾ ਦੇਣਾ ਪਏਗਾ ਕਿ ਜਿਸ ਮਾਲਕ ਦੀ ਕਿਰਪਾ ਦੇ ਨਾਲ ਸਾਰੇ ਸੁੱਖ ਮਿਲ ਰਹੇ ਨੇ, ਉਸ ਪ੍ਰਭੂ ਦੇ ਨਾਮ ਨੂੰ ਤੂੰ ਵਿਸਾਰੀ ਬੈਠਾ। ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤਾਂ ਦੇ ਨਾਲ, ਦੁਨਿਆਵੀ ਸੁੱਖਾਂ ਦੇ ਨਾਲ ਨੇਹ ਪੈ ਗਿਆ, ਉਹ ਦੇਣ ਵਾਲਾ ਦਾਤਾ ਵਿਸਰ ਗਿਆ। ਜੇ ਪ੍ਰਸਾਦ 36 ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਉਸ ਮਾਲਕ ਨੂੰ ਆਪਣੇ ਮਨ ਅੰਦਰ, ਆਪਣੇ ਹਿਰਦੇ ਅੰਦਰ ਪਰੋ ਕੇ ਰੱਖ। ਕਬੀਰ ਸਾਹਿਬ ਜਦੋਂ ਮਾਲਕ ਦੇ ਚਰਨਾਂ ਦੇ ਨਾਲ ਜੁੜਦੇ ਨੇ, ਤੇ ਕਬੀਰ ਸਾਹਿਬ ਦੀ ਮਾਂ ਅੱਖਾਂ ਦੇ ਵਿੱਚ ਹੰਝੂ,
ਤੇ ਉਹਨਾਂ ਨੇ ਆਖਿਆ ਕਿ ਕਬੀਰ ਸਾਰਾ ਦਿਨ ਤੂੰ ਰੱਬ ਦੀ ਭਗਤੀ ਕਰਦਾ ਰਹਿੰਦਾ ਹੈ, ਇਹਨਾਂ ਬੱਚਿਆਂ ਦੀ ਕੌਣ ਪਾਲਣਾ ਕਰੇਗਾ। ਹਾਲਾਂਕਿ ਭਗਤ ਕਬੀਰ ਸਭ ਕਿਰਤੇ ਹੋਏ ਨੇ, ਪਰ ਕਬੀਰ ਸਾਹਿਬ ਨੇ ਆਪਣੀ ਬਾਣੀ ਅੰਦਰ ਇਹ ਬਚਨ ਲਿਖੇ ਨੇ, ਆਖਦੇ ਨੇ ਕਿ ਮੁਸ ਮੁਸ ਰੋਵੇ ਕਬੀਰ ਕੀ ਮਾਈ। ਕਬੀਰ ਸਾਹਿਬ ਦੀ ਬਾਣੀ ਹੈ, ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਹ ਬਾਰਿਕ ਕੈਸੇ ਜੀਵੇ ਰਘੁਰਾਈ। ਤਨਨਾ ਬੁਨਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸ਼ਰੀਰ। ਆਪਣੇ ਹਿਰਦੇ ਅੰਦਰ ਰੱਬ ਦਾ ਨਾਮ ਲਿਖ ਲਿਆ ਹੈ। ਕਬੀਰ ਸਾਹਿਬ ਨੇ ਜਵਾਬ ਦਿੱਤਾ, ਆਖਣ ਲਗਾ ਮਾਏ ਤੂੰ ਫਿਕਰ ਨਾ ਕਰ, ਜਬ ਲਗ ਬਾਹੋਂ ਤਾਗਾ ਬੇਹੀ। ਮਾਂ ਜਦੋਂ ਮੈਂ ਤਾਗਾ ਪਰੋਂਦਾ ਹਾਂ, ਕਿਉਂਕਿ ਜਲਾਹੇ ਸਨ, ਤੇ ਜਦੋਂ ਨਾਲੀ ਦੇ ਵਿੱਚੋਂ ਧਾਗੇ ਨੂੰ ਖਿੱਚਦੇ ਸਨ ਤੇ ਹਵਾ ਨੂੰ ਖਿੱਚਿਆ ਜਾਂਦਾ ਤਾਂ ਉਹ ਧਾਗਾ ਫਿਰ ਅੰਦਰ ਆਉਂਦਾ ਹੈ। ਕਬੀਰ ਸਾਹਿਬ ਆਖਦੇ ਜਦੋਂ ਮੈਂ ਉਹ ਧਾਗਾ ਆਪਣੇ ਵੱਲ ਖਿੱਚਦਾ ਨਾ ਹਵਾ ਦੇ ਆਸਰੇ, ਉਸ ਵੇਲੇ ਮੇਰੀ ਜ਼ਬਾਨ ਰੱਬ ਦੀ ਬੰਦਗੀ ਤੋਂ ਟੁੱਟ ਜਾਂਦੀ ਹੈ, ਕਿਉਂਕਿ ਧਾਗਾ ਜੋ ਖਿੱਚਣਾ ਹੋਇਆ। ਤੇ ਕਬੀਰ ਸਾਹਿਬ ਆਖਦੇ ਨੇ ਕਿ ਜਬ ਲਗ ਬਾਹੋਂ ਤਾਗਾ ਬੇਹੀ, ਤਬ ਲਗ ਬਿਸਰੈ ਰਾਮ ਸਨੇਹੀ। ਮੈਨੂੰ ਰਾਮ ਸਨੇਹੀ ਵਿਸਰ ਜਾਂਦਾ ਹੈ। ਮੇਰੇ ਕੋਲ ਉਹ ਵੀ ਬਰਦਾਸ਼ਤ ਨਹੀਂ ਜੋ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਅੱਜ ਨਾ ਸੁੱਤੀ ਕੰਧ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪਿਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਏ। ਬਾਬਾ ਫਰੀਦ ਸਾਹਿਬ ਨੇ ਬਾਣੀ ਅੰਦਰ ਆ ਕੇ ਆਖਦੇ ਕਿ ਤਪ ਤਪ ਲੋਏ ਲੋਏ, ਹਾਥ ਮਰੋਰੋ ਬਾਵਲ ਹੋਈ ਸੋ ਸੋ ਲੋਰੋ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਸਵਾਲ ਕੀਤਾ ਕੋਇਲ ਨੂੰ, ਤੂੰ ਇਤਨੀ ਕਾਲੀ ਕਿਉਂ ਹੈ? ਤੇ ਮਾਨੋ ਕੋਇਲ ਨੇ ਜਵਾਬ ਦਿੱਤਾ ਹੋਏ, ਆਪਣੇ ਪ੍ਰੀਤਮ ਕਹਿਓ ਬਿਰਹਿ ਜਾਲੀ। ਆਪਣੇ ਪ੍ਰੀਤਮ ਦੇ ਬਿਰਹਿ ਕਰਕੇ, ਵਿਛੋੜੇ ਕਰਕੇ ਮੇਰੀ ਇਹ ਹਾਲਤ ਹੈ। ਕਬੀਰ ਸਾਹਿਬ ਨੇ ਬਾਣੀ ਅੰਦਰ ਰਹਿਮਤ ਕੀਤੀ, ਆਖਣ ਕਿ ਦੋ ਪੰਛੀ ਨੇ, ਇੱਕ ਚੱਕਈ ਔਰ ਇੱਕ ਚੱਕਵਾ, ਰਾਹ ਦੇ ਹਨੇਰੇ ਕਰਕੇ ਉਹ ਆਪਸੀ ਵਿਛੜ ਜਾਂਦੇ ਨੇ, ਪਰ ਇੱਕ ਦੂਸਰੇ ਨੂੰ ਆਵਾਜ਼ਾਂ ਮਾਰਦੇ ਰਹਿੰਦੇ ਨੇ। ਉਹ ਤੇ ਜਿਵੇਂ ਸੂਰਜ ਦੀ ਪਹਿਲੀ ਕਿਰਨ ਪੈਂਦੀ ਹੈ, ਉਹਨਾਂ ਨੂੰ ਦਿਸਣਾ ਸ਼ੁਰੂ ਹੁੰਦਾ ਹੈ, ਫਿਰ ਆਪਸ ਵਿੱਚ ਮਿਲ ਜਾਂਦੇ ਨੇ। ਕਬੀਰ ਸਾਹਿਬ ਆਖਦੇ ਨੇ ਕਿ ਚੱਕਈ ਜਿਉ ਨਿਸ ਵਿਛੁਰੈ, ਆਏ ਮਿਲੇ ਪ੍ਰਭਾਤ। ਚੱਕਈ ਤੇ ਰਾਤ ਨੂੰ ਹਨੇਰੇ ਕਰਕੇ ਵਿਛੜੀ, ਸਵੇਰੇ ਪ੍ਰਕਾਸ਼ ਹੋਇਆ। ਸੂਰਜ ਦੀ ਪਹਿਲੀ ਕਿਰਨ ਦੇ ਨਾਲ ਉਹ ਆਪਣੇ ਚੱਕਵੇ ਨੂੰ ਜਾ ਕੇ ਮਿਲ ਗਈ। ਪਰ ਜੋ ਜਨ ਵਿਛੜੇ ਰਾਮ ਸਿਉ, ਨਾ ਦਿਨ ਮਿਲੇ ਨਾ ਰਾਤ। ਜਿਹੜੇ ਰਾਮ ਦੇ ਨਾਲੋਂ ਵਿਛੜੇ ਹੋਏ ਨੇ, ਜਿਹੜੇ ਪਰਮੇਸ਼ਰ ਦੇ ਨਾਲੋਂ ਵਿਛੜੇ ਹੋਏ ਨੇ, ਉਹ ਨਾ ਦਿਨੇ ਮਿਲੇ ਨਾ ਰਾਤ, ਉਹ ਨਾ ਰਾਤ ਤੇ ਮਿਲੇ ਨਾ ਦਿਨੇ ਮਿਲੇ। ਰੱਬ ਤੇ ਨਾਲੋਂ ਉਹਨਾਂ ਦੀ ਵਿਥੀ ਪਈ ਹੈ, ਟੁੱਟੇ ਹੀ ਹੋਏ ਨੇ। ਪਾਤਸ਼ਾਹ ਜੋ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਅੱਜ ਨਾ ਸੁੱਤੀ ਕੰਧ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪਿਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਏ। ਇਹ ਗੱਲ ਕਰਕੇ ਸਮਾਪਤੀ ਕਰਾਂ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੋੜਿਆ ਗੁਰਦੇਵ ਪਾਤਸ਼ਾਹ ਨੇ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਾਲ ਪਰਿਵਾਰ ਹੈ, ਗੁਰੂ ਕੇ ਸਿੱਖ ਨੇ। ਤਕਰੀਬਨ 7 ਮਹੀਨਿਆਂ ਦੇ ਘੇਰੇ ਤੋਂ ਬਾਅਦ, ਤੇ ਜਿਨ੍ਹਾਂ ਨੇ ਕੁਰਾਨ ਸ਼ਰੀਫ ਦੇ ਉੱਪਰ ਹੱਥ ਰੱਖ ਕੇ ਕਸਮ ਖਾਧੀ ਸੀ ਕਿ ਅਸੀਂ ਪਿੱਛੇ ਨਹੀਂ ਆਵਾਂਗੇ, ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਛੋੜ ਕੇ ਚਲੇ ਜਾਓ। 22 ਧਰ ਦੇ ਰਾਜਿਆਂ ਨੇ ਗਊ ਦੇ ਉੱਪਰ ਹੱਥ ਰੱਖ ਕੇ ਕਸਮ ਖਾਧੀ। ਪਰ ਗੁਰਦੇਵ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੋੜ ਕੇ ਸਰਸਾ ਦੇ ਕੰਢੇ ਪਹੁੰਚੇ ਨਾ, ਤੇ ਇੱਕ ਤੇ ਬਾਰਿਸ਼ ਦਾ ਜ਼ੋਰ, ਦੂਸਰਾ ਸਰਸਾ ਵੀ ਪੂਰੇ ਉਫਾਨ ਦੇ ਉੱਪਰ, ਤੀਸਰਾ ਪਿੱਛੇ ਮੁਗਲੀਆਂ ਫੌਜਾਂ ਤੇ 22 ਧਰ ਦੇ ਰਾਜਿਆਂ ਦੀਆਂ ਫੌਜਾਂ ਟਿੱਡੀ ਦਲ ਦੀ ਤਰ੍ਹਾਂ ਚੜ ਕੇ ਆ ਗਈਆਂ। ਸਿੱਖਾਂ ਨੇ ਬੇਨਤੀ ਕੀਤੀ, ਗੁਰਦੇਵ ਪਾਤਸ਼ਾਹ ਸਰਸਾ ਚੜ ਕੇ ਆ ਰਹੀ ਹੈ, ਅੰਮ੍ਰਿਤ ਵੇਲੇ ਦਾ ਵੇਲਾ ਹੋ ਗਿਆ, ਅਸੀਂ ਹੁਣ ਇਸ ਦਰਿਆ ਨੂੰ ਪਾਰ ਕਰਨਾ ਹੈ, ਸਰਸਾ ਨੂੰ ਪਾਰ ਕਰਨਾ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਖਣਗੇ ਅੰਮ੍ਰਿਤ ਵੇਲੇ ਦਾ ਵੇਲਾ ਹੋ ਗਿਆ, ਖੁਦਾ ਦੀ ਰੱਬ ਦੀ ਸਿਫਤ ਸਲਾਹ ਦਾ ਵੇਲਾ ਹੈ, ਹੁਣ ਆਸਾ ਕੀ ਵਾਰ ਦਾ ਕੀਰਤਨ ਹੋਏਗਾ। ਸਿੱਖ ਆਖਣਗੇ ਗੁਰਦੇਵ ਪਾਤਸ਼ਾਹ ਪਿੱਛੋਂ ਫੌਜਾਂ ਆ ਰਹੀਆਂ ਨੇ, ਅੱਗੇ ਤੂਫਾਨ ਜਿਹੜਾ ਹੈ ਉਹ ਫਾਰ ਦੇ ਵਿੱਚ ਹੈ, ਸਰਸਾ ਪੂਰੇ ਜ਼ੋਰਾਂ ਦੇ ਉੱਪਰ ਹੈ, ਇਸ ਵੇਲੇ ਆਸਾ ਕੀ ਵਾਰ ਦਾ ਕੀਰਤਨ। ਮਹਾਰਾਜ ਆਖਣ ਲੱਗੇ ਸਿੱਖਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ,
ਦੁਨੀਆ ਦੇ ਅੰਦਰ ਭਾਵੇਂ ਦੀ ਮਰਜ਼ੀ ਤਾਕਤ ਹੋਏ, ਪਰ ਸਿੱਖ ਜਿਸ ਵੇਲੇ ਬਾਣੀ ਦੇ ਨਾਲੋਂ ਟੁੱਟ ਗਏ, ਇਹਨਾਂ ਦਾ ਜੀਵਨ ਖਤਮ ਹੋ ਜਾਏਗਾ, ਇਹਨਾਂ ਦੀ ਜ਼ਿੰਦਗੀ ਪਤਨ ਹੋ ਜਾਏਗੀ, ਇਹ ਪਤਨ ਵੱਲ ਤੁਰ ਪੈਣਗੇ। ਸਿੱਖ ਬਾਣੀ ਦੇ ਨਾਲੋਂ ਨਾ ਟੁੱਟੇ, ਇਹਨਾਂ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਤੋੜ ਸਕਦੀ। ਤੇ ਧੰਨ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਇਤਿਹਾਸ ਕਹਿੰਦੇ ਕਿ ਮਹਾਰਾਜ ਨੇ ਫਿਰ ਆਸਾ ਕੀ ਵਾਰ ਦਾ ਕੀਰਤਨ ਕੀਤਾ, ਗੁਰੂ ਕੇ ਸਿੱਖਾਂ ਨੇ ਕੀਰਤਨ ਕੀਤਾ, ਮਾਲਕ ਦੇ ਚਰਨਾਂ ਦੇ ਅਰਦਾਸਾ ਸੋਧਿਆ। ਉਸ ਤੋਂ ਬਾਅਦ ਸਰਸਾ ਜਿਹੜੀ ਹੈ ਉਸ ਤੋਂ ਪਾਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਲੰਘੇ ਨੇ। ਬਾਬਾ ਫਰੀਦ ਸਾਹਿਬ ਦਾ ਇਹ ਪਾਵਨ ਸ਼ਲੋਕ ਜੋ ਆਖਦੇ ਨੇ ਕਿ ਫਰੀਦਾ ਅੱਜ ਨਾ ਸੁਤੀ ਕੰਤ ਸਿਉ, ਅੱਜ ਤੋਂ ਭਾਵ ਹੁਣ ਇਸ ਵੇਲੇ ਜੇ ਮਾਲਕ ਦੇ ਨਾਲ ਲੀਨਤਾ ਨਹੀਂ ਬਣੀ, ਨੇਮ ਨਹੀਂ ਨਿਭਿਆ, ਪ੍ਰੇਮ ਨਹੀਂ ਬਣਿਆ, ਅੰਗ ਮੁੜੇ ਮੁੜ ਜਾਏ। ਤੇ ਸੱਚ ਹੈ, ਜਿਨ੍ਹਾਂ ਨੂੰ ਰੋਜ਼ ਨਾਮ ਦੀ ਖੁਰਾਕ ਮਿਲਦੀ ਹੋਏ, ਉਹ ਨਾਮ ਦੀ ਖੁਰਾਕ ਨਾ ਮਿਲੇ, ਉਹ ਫਿਰ ਸਰੀਰ ਕਰਕੇ ਵੀ ਤੇ ਆਤਮਾ ਕਰਕੇ ਵੀ ਟੁੱਟਦੇ ਨੇ। ਤੇ ਬਾਬਾ ਫਰੀਦ ਸਾਹਿਬ ਅੱਜ ਨਾ ਸੁੱਤੀ ਕੰਤ ਸਿਉ, ਅੰਗ ਮੁੜੇ ਮੁੜ ਜਾਏ। ਤੇ ਨਾਲ ਹੀ ਆਖਿਆ ਕਿ ਜਾਏ ਪੁੱਛੋ ਦੁਹਾਗਣੀ, ਉਹਨਾਂ ਜੀਵ ਰੂਪੀ ਇਸਤਰੀਆਂ ਜਾ ਕੇ ਪੁੱਛੋ, ਤੁਮ ਕਿਉਂ ਰਹਿਣ ਵਿਹਾਏ, ਤੁਹਾਡੀ ਉਮਰ ਰੂਪੀ ਜ਼ਿੰਦਗੀ ਕਿਵੇਂ ਬਤੀਤ ਹੁੰਦੀ ਹੈ। ਇੱਥੇ ਤੇ ਇੱਕ ਪਲ ਵੀ ਰੱਬ ਦੀ ਪ੍ਰਭੂ ਦੀ ਭਗਤੀ ਤੋਂ ਬਿਨਾ ਨਹੀਂ ਰਿਹਾ ਜਾਂਦਾ। ਸਤਿਗੁਰ ਕਿਰਪਾ ਕਰਨ ਉਹ ਪਿਆਰ ਸਾਡਾ ਬਣੇ ਮਾਲਕ ਦੇ ਚਰਨਾਂ ਦੇ ਵਿੱਚ। ਤੇ ਅਰਦਾਸ ਕਰੀਏ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਨਾਨਕ ਚਾਉ ਇਹੋ ਬੋਲਦਿਆਂ ਬੇਅੰਤ ਭੁੱਲਾ, ਗੁਰੂ ਸਮਰੱਥ ਹੈ, ਸੰਗਤ ਬਖਸ਼ਣ ਯੋਗ ਹੈ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।